ਪੰਜਾਬੀ ਹੈਡਰ ਟੀਵੀ ਅਤੇ ਪੰਜਾਬੀ ਹੈਡਰ ਨਿਊਜ਼ ਵੈਬਸਾਈਟ ਦੇ ਨਾਲ ਸਾਂਝ ਪਾ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਅਸੀਂ ਅਕਸਰ ਆਪਣੀ ਕਮਿਊਨਿਟੀ ਦੇ ਵਾਸਤੇ ਕੁਝ ਨਾ ਕੁਝ ਜਿਹੜੀ ਜਾਣਕਾਰੀ ਆ ਉਹ ਮੁਹੱਈਆ ਕਰਦੇ ਰਹਿੰਦੇ, ਚਾਹੇ ਉਹ ਨਿਊਜ਼ ਵੈਬਸਾਈਟ ਹੋਵੇ, ਚਾਹੇ ਉਹ YouTube ਚੈਨਲ ਹੋਵੇ। ਕਿਸੇ ਨਾ ਕਿਸੇ ਤਰ੍ਹਾਂ ਜਿੱਥੋਂ ਵੀ ਜਾਣਕਾਰੀ ਮਿਲਦੀ ਆ, ਸਾਡਾ ਐਜ ਏ ਮੀਡੀਆ ਕੰਮ ਹੁੰਦਾ ਵੀ ਜਿਹੜੀ ਜਾਣਕਾਰੀ ਹੈ ਬਹੁਤ ਸਾਰੇ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਲੋਕੀ ਅੰਡਰਸਟੈਂਡ ਕਰਨ, ਕੋਈ ਬਦਲਾਵ ਆ ਰਿਹਾ। ਸੋ ਗੱਲ ਕਰਾਂਗੇ ਪਿਛਲੇ ਦਿਨੀ ਇੱਕ ਖਬਰ ਪ੍ਰਕਾਸ਼ਿਤ ਜਿੱਥੇ ਰਾਸ਼ਟਰੀ ਮੀਡੀਆ ਦੇ ਵਿੱਚ ਹੋਈ ਆ, ਨਿਊਜ਼ੀਲੈਂਡ ਹੈਰਲਡ 'ਚ ਹੋਈ ਆ। ਉੱਥੇ ਬਹੁਤ ਸਾਰੇ ਪੰਜਾਬੀ ਅਖਬਾਰਾਂ ਨੇ, ਰੇਡੀਓ ਨੇ ਵੀ ਉਹ ਖਬਰ ਜਿਹੜੀ ਆ ਪ੍ਰਾਊਡਲੀ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਇਹ ਪ੍ਰਭਾਵ ਜਾ ਰਿਹਾ ਸੀਗਾ ਕਿ ਇਮੀਗ੍ਰੇਸ਼ਨ ਨੇ ਜਿਹੜੀ ਆ ਕਲਚਰਲੀ ਅਰੇਂਜਡ ਮੈਰਿਜ, ਜਿਹੜੀ ਸੱਭਿਆਚਾਰ ਆਧਾਰਿਤ ਵਿਆਹ ਆ, ਉਹਨਾਂ ਦੇ ਉੱਤੇ ਕੁਛ ਜਿਹੜੀਆਂ ਚੇਂਜਿਸ ਕੀਤੀਆਂ ਜਾਂ ਕੁਛ ਨਰਮਾਈ ਕੀਤੀ ਆ। ਉਹਨਾਂ ਦੀ ਬਾਬਤ ਜਿਹੜੀ ਆਪਣੀ ਕਮਿਊਨਿਟੀ ਦੀ ਇੱਕ ਲੌਬੀ ਜਿਹੜੀ ਸੀਗੀ ਉਹ ਸਾਰਾ ਐਡਵੋਕੇਸੀ ਕਰ ਰਹੀ ਸੀਗੀ। ਉਹਨਾਂ ਦੇ ਵਿੱਚ ਪ੍ਰਮੁੱਖ ਸੰਨੀ ਕੌਸ਼ਲ ਜੀ, ਉਹਨਾਂ ਨੇ ਉਹ ਜਿਹੜੀ ਖਬਰ ਆ ਉਹ ਪ੍ਰਾਊਡਲੀ ਸ਼ੇਅਰ ਕੀਤੀ ਸੀ ਤੇ ਖੁਸ਼ੀ ਜ਼ਾਹਰ ਕੀਤੀ ਸੀ ਕਿ ਉਹਨਾਂ ਦੀ ਜਿਹੜੀ ਆ ਮਿਹਨਤ ਸਫਲ ਹੋਈ ਆ। ਪਰ ਉਸ ਖਬਰ ਨੂੰ ਲੈ ਕੇ ਕੁਛ ਜਿਹੜੇ ਪ੍ਰਤੀਕਰਮ ਇਸ ਤਰ੍ਹਾਂ ਆਏ ਸਨ ਕਿ ਉਹ ਜਿਹੜੀ ਅਸਲ ਦੇ ਵਿੱਚ ਜਿਹੜੀਆਂ ਕੋਈ ਨੀਤੀ ਜਿਹੜੀ ਬਦਲਾਅ ਨਹੀਂ ਕੀਤੀ ਗਏ। ਸੋ ਉਹਨਾਂ ਦੇ ਉੱਤੇ ਜਿਹੜੀ ਸਪਸ਼ਟਤਾ ਕਾਇਮ ਕਰਨ ਵਾਸਤੇ, ਕਲੈਰੀਫਿਕੇਸ਼ਨ ਦੇ ਵਾਸਤੇ ਮੈਂ ਸੰਨੀ ਸਿੰਘ ਜੀ ਉਹਨਾਂ ਨੂੰ ਜੀ ਆਇਆ ਕਹਾਂਗਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸੰਨੀ ਕੌਸ਼ਲ ਜੀ, ਬਹੁਤ ਧੰਨਵਾਦ ਜੀ ਤੁਹਾਡਾ ਆਉਣ ਦੇ, ਤੇ ਸਤਿ ਸ੍ਰੀ ਅਕਾਲ, ਕਿਉਰਾ, ਨਮਸਕਾਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਮਸਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਕਿਸ ਤਰ੍ਹਾਂ ਚੱਲ ਰਿਹਾ ਜੀ? ਲੋਕਡਾਊਨ ਇੱਕ ਹਫ਼ਤੇ ਲਈ ਹੋਰ ਵੱਧ ਗਿਆ ਤੇ ਤੁਸੀਂ ਸ਼ਹਿਰ ਦੇ ਵਿੱਚ ਬਿਜ਼ਨਸ ਕਰ ਰਹੇ ਹੋ ਤੇ ਹੈਗਾ ਤਾਂ ਹਜੇ ਔਖਾ ਹੀ ਚੱਲ ਰਿਹਾ, ਪਰ ਕੀ ਕਰ ਸਕਦੇ ਆ, ਸਰਕਾਰ ਦੇ ਨਾਲ ਜਿਵੇਂ ਹੁਕਮ ਹੈਗੇ ਆ ਉਦਾਂ ਵੀ ਰਹਿਣਾ ਪੈਂਦਾ ਕਿ ਨਹੀਂ? ਬਿਲਕੁਲ ਜੀ, ਇਹ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਜਿਹੜੇ ਸਾਡੇ ਸਾਰਿਆਂ ਦੇ ਹੱਥੋਂ ਤੋਂ ਬਹੁਤ ਉੱਪਰ ਦੀ ਗੱਲ ਹੈਗੀ ਹੈ ਔਰ ਸਾਡੇ ਆਊਟ ਆਫ ਕੰਟਰੋਲ ਹੈਗਾ ਹੈ। ਇਹ ਹੈ ਕਿ ਇਸ ਨੂੰ ਸਾਰੇ ਅਸੀਂ ਮਿਲ ਕੇ ਹੈਲਪ ਜ਼ਰੂਰ ਕਰ ਸਕਦੇ ਹਾਂ ਕਿ ਜਿਹੜਾ ਇਸ ਟਾਈਮ ਵੈਕਸੀਨੇਸ਼ਨ ਹੋ ਰਿਹਾ ਔਰ ਸਾਰੀ ਕਮਿਊਨਿਟੀ ਨੂੰ, ਹਰ ਬੰਦੇ ਨੂੰ ਉਹ ਲਾਉਣਾ ਚਾਹੀਦਾ ਹੈ ਤਾਂ ਕਿ ਘੱਟ ਤੋਂ ਘੱਟ ਇਹ ਜਿਹੜਾ ਇਹਦਾ ਫੈਲਾਅ ਹੋ ਸਕੇ, ਇਹਨੂੰ ਰੋਕਿਆ ਜਾ ਸਕੇ। ਅਦਰਵਾਈਜ਼ ਇਸ ਟਾਈਮ ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹੜਾ ਇਸ ਤੋਂ ਅਫੈਕਟਡ ਨਹੀਂ ਹੈ, ਭਾਵੇਂ ਉਹ ਬਿਜ਼ਨੈਸਿਸ ਹੈਗੇ ਆ ਜਾਂ ਫੈਮਲੀਜ਼ ਹੈਗੇ ਆ, ਔਰ ਘਰ ਬੈਠੇ ਬੈਠੇ ਵੀ ਕਾਫੀ ਦਿਮਾਗ ਤੇ ਅਸਰ ਕਰਦਾ ਚੀਜ਼। ਸੋ ਹੈਲਥ ਐਸਪੈਕਟ ਬਹੁਤ ਸੀਰੀਅਸ ਨੇ ਜੀ। ਬਿਲਕੁਲ ਜੀ। ਜਿੱਥੇ ਸੰਨੀ ਜੀ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ, ਉੱਥੇ ਤੁਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਵੀ ਜੁੜੇ ਰਹੇ ਹੋ, ਚਾਹੇ ਰਿਟੇਲ ਬਿਜ਼ਨਸ ਆ, ਚਾਹੇ ਕੋਈ ਇਮੀਗ੍ਰੇਸ਼ਨ ਪਾਲਿਸੀ ਲੈ ਕੇ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਅਪਡੇਟ ਹੁੰਦੀ ਆ। ਸੋ ਪਿਛਲੇ ਦਿਨ ਹੀ ਆਪਾਂ ਗੱਲ ਕਰਾਂਗੇ, ਜਿਹੜੀ ਖਬਰ ਆਪਾਂ ਸ਼ੇਅਰ ਕੀਤੀ ਸੀਗੀ ਕਲਚਰਲੀ ਜਿਹੜੀ ਮੈਰਿਜ, ਅਰੇਂਜਡ ਮੈਰਿਜ ਨੂੰ ਲੈ ਕੇ, ਕਿ ਤੁਹਾਡੀ ਜਿਹੜੀ ਜ਼ੂਮ ਦੇ ਉੱਤੇ ਜਿਹੜੀ 7 ਅਕਤੂਬਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਆ, ਉਹਦੇ ਵਿੱਚ ਇੱਕ ਪ੍ਰਤੀਕਰਮ ਇਹ ਆਇਆ ਸੀਗਾ ਵੀ ਕੁਛ ਚੇਂਜਿਸ ਨਹੀਂ ਹੋਈਆਂ। ਸੋ ਉਹਦੇ ਉੱਤੇ ਜੇ ਮੋਟਾ-ਮੋਟਾ ਤੁਸੀਂ ਪਲੀਜ਼ ਇਹ ਚਾਨਣਾ ਪਾਓ ਕਿ ਜਿਹੜੀ ਤੁਹਾਡੀ ਗੱਲਬਾਤ ਹੋਈ ਆ ਉਹ ਕਿਹੜੇ ਵਿਸ਼ਿਆਂ ਦੇ ਉੱਤੇ ਹੋਈ ਸੀ ਤੇ ਉਸ ਵਿਸ਼ਿਆਂ ਨੂੰ ਲੈ ਕੇ ਇਮੀਗ੍ਰੇਸ਼ਨ ਨੇ ਕੀ ਜਿਹੜੀ ਆ ਆਪਣੀ ਜਿਹੜੀ ਪਹਿਲੇ ਵਿਚਾਰ ਸੀ ਤੇ ਉਹਨਾਂ ਨੇ ਬਦਲਵੇਂ ਵਿਚਾਰ ਜਿਹੜੇ ਤੁਹਾਡੇ ਨਾਲ ਪ੍ਰਗਟ ਕੀਤੇ, ਉਹ ਕੀ ਸੀਗੇ ਜਿਨ੍ਹਾਂ ਦੇ ਉੱਤੇ ਅਸੀਂ ਕਹਿ ਸਕੀਏ ਵੀ ਜਿਹੜੀ ਇਮੀਗ੍ਰੇਸ਼ਨ ਨੇ ਆਪਣੀ ਜਿਹੜੀ ਨੀਤੀ ਬਦਲੀ ਕੀਤੀ ਹੈ? ਜ਼ਰੂਰ ਭਾਜੀ। ਸਭ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਪਿਛਲੇ 2 ਸਾਲਾਂ ਤੋਂ ਅਸੀਂ ਡਿਫਰੈਂਟ ਜਿਹੜੇ ਕਮਿਊਨਿਟੀ ਗਰੁੱਪਸ ਹੈਗੇ ਆ, ਸਾਊਥ ਏਸ਼ੀਅਨ, ਜਿਵੇਂ ਸਾਡੇ ਇੰਡੀਆ ਤੋਂ ਹੈ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਸਾਡਾ ਸਾਰਿਆਂ ਦਾ ਜਿਹੜਾ ਸੱਭਿਆਚਾਰ ਹੈ, ਕਲਚਰ, ਉਹ ਸਭ ਦਾ ਮਿਲਦਾ ਜੁਲਦਾ ਹੈ। ਲੇਕਿਨ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਸੀਗੀਆਂ ਉਹ ਕਾਫੀ ਫੇਵਰ 'ਚ ਨਹੀਂ ਸੀਗੀਆਂ। ਉਹਦੇ 'ਚ ਸਾਡੇ ਜਿਹੜੇ ਕਮਿਊਨਿਟੀ ਮੈਂਬਰ ਸੀਗੇ ਉਹ ਕਾਫੀ ਪਰੇਸ਼ਾਨ ਸੀਗੇ ਓਵਰ ਦਾ ਟਾਈਮ। ਸੋ ਅਸੀਂ ਇਮੀਗ੍ਰੇਸ਼ਨ ਨਿਊਜ਼ੀ ਨਾਲ ਜਿਹੜੀ ਉਹਨਾਂ ਦੀ ਸੀਨੀਅਰ ਮੈਨੇਜਮੈਂਟ ਟੀਮ ਹੈਗੀ ਹੈ, ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਅਸੀਂ ਆਪਸ ਤੋਂ ਇੱਕ ਗਰੁੱਪ ਬਣਾਇਆ ਜਿਹਦੇ ਨਾਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੈਨੇਜਮੈਂਟ ਵੀ ਸ਼ਾਮਿਲ ਹੈਗੀ ਹੈ। ਸੋ ਇਹ ਤਾਂ ਕਿ ਸਾਡਾ ਮੇਨ ਮਕਸਦ ਇਹ ਸੀਗਾ ਇਸ ਸਟੈਪ ਨੂੰ ਲੈਣ ਵਾਸਤੇ, ਇੱਕ ਸਭ ਤੋਂ ਪਹਿਲਾਂ ਕਿ ਜਿਹੜੀ ਅੰਡਰਸਟੈਂਡਿੰਗ ਹੈ ਸਾਡੇ ਕਲਚਰ ਦੇ ਬਾਰੇ 'ਚ ਉਹਨੂੰ ਇਨਹੈਂਸ ਕਰਨ ਵਾਸਤੇ
ਔਰ ਐਜੂਕੇਟ ਕਰਨ ਵਾਸਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ, ਕਿਉਂਕਿ ਸਾਡੇ ਜਿਹੜੇ ਕਲਚਰ ਹੈਗੇ ਆ ਉਹ ਕਾਫੀ ਪੇਚੀਦੇ ਹੈਗੇ ਅਦਰਵਾਈਜ਼ ਇੱਥੇ ਦੇ ਲੋਕਾਂ ਨੂੰ ਅਦਰਵਾਈਜ਼ ਸਮਝਣ ਵਾਸਤੇ। ਸੋ ਪਿਛਲੇ 2 ਸਾਲ ਤੋਂ ਇਹ ਰੈਗੂਲਰ ਮੀਟਿੰਗਾਂ ਹੋ ਰਹੀਆਂ ਸੀਗੀਆਂ, ਉਹਦੇ ਵਿੱਚ ਅਸੀਂ ਕਈ ਮੁੱਦੇ ਉੱਥੇ ਪਿਕਅਪ ਕੀਤੇ, ਕਈਆਂ ਤੇ ਬਹਿਸ ਹੋਈ, ਕਈਆਂ ਨੂੰ ਅਸੀਂ ਕਈ ਵਾਰ ਇਮੀਗ੍ਰੇਸ਼ਨ ਮਿਨਿਸਟਰ ਭਾਵੇਂ ਹੋਵੇ ਜਾਂ ਜਿਹੜੀ ਉਹਨੇ ਸੀਨੀਅਰ ਉਹਨਾਂ ਨੂੰ ਅਸੀਂ ਜਿਹੜੇ ਕੀ ਕਹਿੰਦੇ ਨੇ ਮੈਮੋਰੈਂਡਮ ਵੀ ਪੇਸ਼ ਕੀਤੇ ਆ। ਸੋ ਜਿਹੜੀ ਮੀਟਿੰਗ ਦੀ ਤੁਸੀਂ ਗੱਲ ਕੀਤੀ ਹੈ ਇਹ ਲਾਸਟ ਵੀਕ ਹੋਈ ਸੀਗੀ, ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਦੇ ਵਿੱਚ 8 ਨੁਮਾਇੰਦੇ 8 ਕਮਿਊਨਿਟੀ ਲੀਡਰਸ ਜਿਹੜੇ ਹੈਗੇ ਉਹ ਸ਼ਾਮਿਲ ਸਨ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਮੀਟਿੰਗ ਦੇ ਨਾਲ, ਉਹ ਜੋ ਕਿ ਰਿਪਰੈਜ਼ੈਂਟ ਕਰ ਰਹੇ ਸੀਗੇ ਇੰਡੀਆ, ਪਾਕਿਸਤਾਨ, ਨੇਪਾਲ, ਅਫਗਾਨਿਸਤਾਨ, ਬੰਗਲਾਦੇਸ਼, ਜੀ ਮੈਂ ਤੁਹਾਨੂੰ ਦੱਸਿਆ। ਉਹਦੇ ਵਿੱਚ ਜਿਹੜੀ ਅਪਡੇਟ ਸਾਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਪਹਿਲਾਂ ਸੈਪਟੈਂਬਰ ਵਿੱਚ ਮੀਟਿੰਗ ਕਰਨੀ ਸੀਗੀ ਫੇਸ ਟੂ ਫੇਸ, ਉਹ ਨਹੀਂ ਹੋ ਸਕੀ, ਉਹ ਕਾਫੀ ਪੈਂਡਿੰਗ ਸੀਗੀ। ਉਹ ਜਿਹੜੇ ਉਹ ਸਾਨੂੰ ਦੱਸਣਾ ਚਾਹ ਰਹੇ ਸੀਗੇ ਅਪਡੇਟਸ ਔਰ ਜਿਹੜੀ ਪ੍ਰੋਗਰੈਸ ਹੈਗੀ ਹੈ, ਉਹ ਫਿਰ ਲਾਸਟ ਵੀਕ ਇਹਦੇ ਤੇ ਹੋਈ ਆਨਲਾਈਨ ਜ਼ੂਮ ਤੇ, ਕਿਉਂਕਿ ਲੋਕਡਾਊਨ ਜਿਹੜੇ ਹੈਗੇ ਆ ਤੁਹਾਨੂੰ ਪਤਾ ਇਸ ਟਾਈਮ ਕੰਟੀਨਿਊਇੰਗ ਹੈਗੇ ਆ। ਤੇ ਉਹਦੇ ਚ ਜਿਹੜੀ ਮੋਟੀ ਗੱਲਾਂ ਤੁਸੀਂ ਪੁੱਛਿਆ ਹੈ, ਤੁਸੀਂ ਆਪਣੇ ਅਖਬਾਰ ਵਿੱਚ ਵੀ ਤੁਸੀਂ ਬਿਲਕੁਲ ਸਹੀ ਬੇਸਿਕਲੀ ਲਿਖਿਆ ਕਿ ਉਹਦੇ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਨੇ ਇਸ ਕਲਚਰਲੀ ਅਰੇਂਜ ਮੈਰਿਜ ਵੀਜ਼ਾ ਨੂੰ, ਔਰ ਇਹਦੇ ਚ ਪ੍ਰੋਗਰੈਸ ਹੋਈ ਹੈ। ਉਹਦੇ ਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜਿਹੜੀ ਚੇਂਜਸ ਕਿਹੜੀਆਂ ਸਾਨੂੰ ਅਪਡੇਟ ਕੀਤੀਆਂ। ਔਰ ਇਹ ਦੇਖੋ ਕਿ ਸਾਨੂੰ ਐਜ਼ ਅ ਕਮਿਊਨਿਟੀ ਰਿਪਰੈਜ਼ੈਂਟੇਟਿਵਸ ਅਸੀਂ we have to accept, ਸਾਨੂੰ ਉਹਨਾਂ ਦੇ ਜਿਹੜੇ ਅਥਾਰਟੀਜ਼ ਹੈਗੀ ਉਹਨਾਂ ਦੇ ਫੇਸ ਵੈਲਿਊ ਤੇ ਜੋ ਉਹ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ ਉਹ ਸਾਨੂੰ ਅੱਗੇ ਕਮਿਊਨਿਟੀ ਦੇ ਨਾਲ ਸ਼ੇਅਰ ਕਰਨੀ ਪੈਂਦੀ ਹੈ, ਔਰ ਅਸੀਂ ਕਰਦੇ ਹਾਂ। ਸੋ ਉਹਦੇ ਚ ਕੋਈ ਐਸੀ ਕੋਈ ਗਲਤ ਚੀਜ਼ ਐਸੀ ਹੈ ਨਹੀਂ ਹੈ ਜਿਹਦੇ ਵਿੱਚ ਇਹਨਾਂ ਕੁਝ ਲੋਕਾਂ ਨੇ ਉਸਨੂੰ ਇੱਕ ਗਲਤ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਚ ਅਸੀਂ ਹੁਣ ਗੱਲਬਾਤ ਕਰਾਂਗੇ ਬਾਅਦ ਚ। ਤੋਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਕਲਚਰਲੀ ਅਰੇਂਜ ਮੈਰਿਜ ਵੀਜ਼ਾ ਕੈਟੇਗਰੀ, ਇਹ ਇੱਕ ਬਿਲਕੁਲ ਡਿਫਰੈਂਟ ਵੀਜ਼ਾ ਕੈਟੇਗਰੀ ਹੈਗੀ ਹੈ। ਸੋ ਇਹਦੇ ਚ ਜਿਹੜੇ ਅਪਡੇਟ ਜਿਹੜੇ ਚੇਂਜਸ ਆਈਆਂ, ਤੇ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜਾ ਕਲਚਰਲੀ ਅਰੇਂਜ ਮੈਰਿਜ ਵੀਜ਼ਾ ਵਿਜ਼ਟਰ ਵੀਜ਼ਾ ਹੈਗਾ ਹੈ, ਉਸਨੂੰ ਇਸ ਪੈਂਡੇਮਿਕ ਦੌਰਾਨ ਜਿਹੜਾ ਹੈਗਾ ਉਸਨੂੰ ਇਸ਼ੂ ਕੀਤਾ ਜਾਏਗਾ ਔਰ ਉਹਦੇ ਤੇ ਕੰਮ ਕੀਤਾ ਜਾਏਗਾ, ਉਸਨੂੰ ਰੋਕਿਆ ਨਹੀਂ ਜਾਏਗਾ। ਜਦਕਿ ਇਸ ਟਾਈਮ ਬਾਕੀ ਸਾਰੇ ਆਫਸ਼ੋਰ ਟੈਂਪਰੇਰੀ ਵੀਜ਼ਾ ਜਿਹੜੇ ਹੈਗੇ ਉਹ ਸਾਰੇ ਸਸਪੈਂਡਡ ਨੇ, ਲੇਕਿਨ ਇਸ ਵੀਜ਼ਾ ਦਾ ਕੋਈ ਸਸਪੈਂਡ ਨਹੀਂ ਕੀਤਾ ਜਾਏਗਾ। ਤੇ ਇਹ ਤੁਹਾਡੀ ਮੀਟਿੰਗ ਤੋਂ ਸੰਨੀ ਜੀ ਬਾਅਦ ਕੀਤਾ ਗਿਆ ਕਿ ਕਿਉਂਕਿ ਜਿਵੇਂ ਇਹਦੀ ਇੰਗਲਿਸ਼ ਦੀ ਜੇ ਆਪਾਂ ਰਿਪੋਰਟ ਦੇਖੀਏ ਤਾਂ ਜਿਹੜੇ ਉਹਨਾਂ ਦੇ ਮੈਨੇਜਰ ਹੈਗੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਵੀਜ਼ਾ ਅਸੀਂ ਪਿਛਲੇ ਸਾਲ ਤੋਂ ਹੀ ਇਸ਼ੂ ਜਿਹੜਾ ਕਰ ਰਹੇ ਹਾਂ ਤੇ ਉਹਨਾਂ ਨੂੰ ਇੱਥੇ ਆਉਣ ਵਾਸਤੇ ਰੋਕਿਆ ਵੀ ਨਹੀਂ ਜਾ ਰਿਹਾ ਲੋਕਡਾਊਨ ਕਰਕੇ। ਇੱਥੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਹੋਈ ਆ, ਜੇ ਕਿਸੇ ਪਾਰਟਨਰ ਇੱਥੇ ਹੈਗਾ ਤੇ ਉਹਦਾ ਮੈਰਿਜ ਹੋਈ ਆ ਤੇ ਉਹ ਇੱਥੇ ਆ ਸਕਦਾ ਆ। ਕੀ ਉਹਦੇ ਵਿੱਚ ਤੁਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ? ਤੁਹਾਡੇ ਨੋਟਿਸ ਵਿੱਚ ਕੀ ਇਦਾਂ ਦਾ ਆਇਆ ਸੀ ਕਿ ਵੀਜ਼ੇ ਰੋਕੇ ਗਏ ਨੇ? ਭਾਜੀ ਇਸ ਤਰ੍ਹਾਂ ਦੀਆਂ ਪਾਲਿਸੀਜ਼ ਤੇ ਕਈ ਹੈਗੀਆਂ ਜਿਹੜੀ ਪਿਛਲੇ ਕਈ ਸਾਲਾਂ ਤੋਂ ਔਨ ਪੇਪਰ ਹੈਗੀਆਂ, ਲੇਕਿਨ ਕਿੰਨੇ ਲੋਕੀ ਆ ਸਕੇ ਹੈ, ਸਵਾਲ ਇੱਥੇ ਹੈ। ਲੋਕੀ ਕੋਈ ਨਹੀਂ ਆ ਸਕਿਆ, ਫਿਰ ਵੀ ਪਾਬੰਦੀ ਲੱਗੀ ਹੋਈ ਹੈ ਔਰ ਜਿਹੜੀ ਐਪਲੀਕੇਸ਼ਨਸ ਹੈ ਉਹ ਪਿੱਛੇ ਰਿਜੈਕਟ ਹੁੰਦੀਆਂ ਗਈਆਂ, ਠੀਕ ਹੈ ਜੀ, ਉਹਨਾਂ ਨੂੰ ਨਹੀਂ ਟਰੈਵਲ ਕਰਨ ਦਿੱਤਾ ਗਿਆ, ਲੇਕਿਨ ਔਰ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਉਹ, ਠੀਕ ਹੈ। ਉਹਨਾਂ ਦਾ ਕਹਿਣਾ ਇਹ ਹੈਗਾ ਕਿ ਜਿਹੜਾ ਕਲਚਰਲ ਅਰੇਂਜ ਮੈਰਿਜ ਵੀਜ਼ਾ ਦੀ ਪ੍ਰੋਸੈਸਿੰਗ ਉਹ ਹੁੰਦੀ ਰਹੀ ਹੈ, ਬਟ ਇਹ ਜਿਹੜੀ ਹੁਣ ਤੁਹਾਨੂੰ ਰੀਸੈਂਟਲੀ ਗੱਲ ਕਰ ਰਹੇ ਕਿ ਬਾਕੀ ਇਸ ਟਾਈਮ ਸਾਰੇ ਸਸਪੈਂਡ ਹੋ ਚੁੱਕੇ ਹੈ ਵੀਜ਼ਾ ਜਿਹੜੇ ਹੈਗੇ ਆ, ਲੇਕਿਨ ਕਲਚਰਲ ਅਰੇਂਜ ਮੈਰਿਜ ਵਿਜ਼ਟਰ ਵੀਜ਼ਾ ਸਸਪੈਂਡ ਨਹੀਂ ਕੀਤਾ ਜਾਏਗਾ, ਉਹਦੇ ਚ ਉਸਨੂੰ ਕੰਟੀਨਿਊ ਕੀਤਾ ਜਾਏਗਾ ਇਸ ਪੈਂਡੇਮਿਕ ਦੌਰਾਨ। ਦੈਟਸ ਨੰਬਰ 1। ਸੈਕੰਡਲੀ ਇਹ ਹੈ ਕਿ ਜਿਹੜੀ ਇਸ ਵੀਜ਼ਾ ਦੇ ਦੌਰਾਨ ਜਿਹੜੀ ਬਾਰਡਰ ਰਿਸਟ੍ਰਿਕਸ਼ਨਸ ਹੈਗੀਆਂ ਉਸਨੂੰ ਵੀ ਐਗਜ਼ੈਂਪਟ ਕੀਤਾ ਜਾਏਗਾ ਕਿ ਜਿਸ ਨੂੰ ਵੀ ਇਹ ਵੀਜ਼ਾ ਗ੍ਰਾਂਟ ਕੀਤਾ ਜਾਏਗਾ ਉਸਨੂੰ ਬਾਰਡਰ ਰਿਸਟ੍ਰਿਕਸ਼ਨ ਤੋਂ ਐਗਜ਼ੈਂਪਟ ਕੀਤਾ ਜਾਏਗਾ, ਜਦਕਿ ਬਾਕੀ ਹੋਰ ਕੋਈ ਵੀ ਜਿਹੜੇ ਵੀਜ਼ਾਸ ਹੈਗੇ ਆ ਉੱਤੇ ਐਗਜ਼ੈਂਪਸ਼ਨ ਨਹੀਂ ਹੈਗੀ ਹੈ, ਠੀਕ ਹੈ ਜੀ। ਤੀਜੀ ਗੱਲ ਇਹ ਹੈਗੀ ਹੈ ਕਿ ਜਦੋਂ ਕੋਈ ਵੀ ਬੰਦਾ ਕਲਚਰਲ ਅਰੇਂਜ ਮੈਰਿਜ ਵੀਜ਼ਾ ਅਪਲਾਈ ਕਰਦਾ ਜਾਂ ਉਸ ਵੀਜ਼ਾ ਤਹਿਤ ਇੱਥੇ ਆਉਂਦਾ ਹੈ ਤੇ ਉਹਦੇ ਵਾਸਤੇ ਜਿਹੜਾ ਉਹ ਇੱਕ ਪਹਿਲਾਂ ਦਾ
ਜਿਹੜੀ ਪ੍ਰੋਬਲਮ ਸੀਗੀ, ਜਿਹੜੀ ਅਸੀਂ ਡੇ 1 ਤੋਂ ਇਮੀਗ੍ਰੇਸ਼ਨ ਨਿਊਜ਼ ਦੇ ਨਾਲ ਪਿਕਅਪ ਕਰਦੇ ਰਹੇ ਹਾਂ, ਨਾਟ ਜਸਟ ਦੀ ਇੰਡੀਅਨ ਕਮਿਊਨਿਟੀ ਬਟ ਦ ਪਾਕਿਸਤਾਨੀ ਕਮਿਊਨਿਟੀ ਐਂਡ ਹੋਰ ਜਿਹੜੇ ਸਾਰੇ ਮਿਲ ਕੇ, ਕਿ ਜਿਹੜਾ ਉਹਦੇ ਵਿੱਚ ਇੱਕ ਕਲੋਜ਼ ਸੀਗਾ ਬਾਕੀ ਜਿਹੜੇ ਪਾਰਟਨਰਸ਼ਿਪ ਵੀਜ਼ਾਸ ਵਾਸਤੇ ਕਿ 1 ਸਾਲ ਕਪਲ ਨੂੰ ਰਹਿਣਾ ਬੜਾ ਉਹਨੂੰ ਪ੍ਰੂਫ ਦੇਣਾ ਪੈਂਦਾ ਸੀਗਾ, ਲਿਵਿੰਗ ਰਹੇ 1 ਸਾਲ ਇਕੱਠਿਆਂ ਦੇ ਜਿਹੜਾ ਤੁਹਾਡਾ ਲਿਵਿੰਗ ਜਿਹੜਾ ਹੋਣਾ ਚਾਹੀਦਾ ਹੈ। ਹਾਂ ਉਹ ਜਿਹੜੇ ਪਾਰਟਨਰਸ਼ਿਪ ਵੀਜ਼ਾ, ਸੋ ਦੇ ਰਿਕੁਆਇਰ ਕਿ ਕਪਲ ਜਿਹੜਾ ਹੈਗਾ ਉਹ 1 ਸਾਲ ਦਾ ਜੈਨੂਇਨ ਔਰ ਸਟੇਬਲ ਪਾਰਟਨਰਸ਼ਿਪ ਮੈਰਿਜ ਵਿੱਚ ਹੈਗਾ, ਉਸ ਤੋਂ ਬਾਅਦ ਹੀ ਉਹ ਵੀਜ਼ਾ ਗ੍ਰਾਂਟ ਕੀਤਾ ਜਾਏਗਾ। ਤੇ ਉਸ ਕਾਰਨ ਸਨੀ ਜੀ, ਸੌਰੀ ਮੈਂ ਤੁਹਾਨੂੰ ਟੋਕ ਰਿਹਾ, ਕੱਲ ਮੈਨੂੰ ਇੱਕ ਕਿਸੇ ਦਾ ਫੋਨ ਆਇਆ ਸੀ, ਕਿਉਂਕਿ ਵੈਸੇ ਕੈਟਾਗਰੀ ਨਾਲ ਸੰਬੰਧਿਤ ਸ਼ਾਇਦ ਸੀਗਾ, ਉਹਨੇ ਮੈਨੂੰ ਇਹ ਕਿਹਾ ਸੀਗਾ ਵੀ ਜੇ ਤਾਂ 3 ਮਹੀਨੇ ਦੇ ਵਿੱਚ ਕੋਈ ਅਪਲਾਈ ਕਰ ਦਿੰਦਾ ਸੀਗਾ ਤਾਂ ਉਹਨੂੰ ਜਿਹੜਾ ਵੀਜ਼ਾ, ਜਿਹੜਾ ਵਿਜ਼ਟਰ ਵੀਜ਼ਾ ਆ, ਉਹਦੇ ਪਾਰਟਨਰ ਨੂੰ, ਚਾਹੇ ਉਹ ਇੰਡੀਆ ਤੋਂ ਆ ਚਾਹੇ ਕਿਸੇ ਹੋਰ ਮੁਲਕ ਤੋਂ ਆ, ਉਹਨੂੰ 3 ਮੰਥ ਦਾ ਜਿਹੜਾ ਵਿਜ਼ਟਰ ਵੀਜ਼ਾ ਮਿਲ ਜਾਂਦਾ ਸੀ। ਲੇਕਿਨ ਜੇ 3 ਮੰਥ ਤੋਂ ਜ਼ਿਆਦਾ ਹੋ ਜਾਂਦੇ ਸੀਗੇ, ਸਮਝ ਲਓ ਕਿਸੇ ਕੋਲ ਪਾਸਪੋਰਟ ਹੈ ਨਹੀਂ ਜਾਂ ਕਿਸੇ ਕਾਰਨ ਉਹ ਲੇਟ ਹੋ ਗਿਆ, ਉਹਦੇ ਕੋਲ ਡਾਕੂਮੈਂਟ ਨਹੀਂ ਪੂਰੇ ਸੀਗੇ, ਤੇ ਉਸ ਬੰਦੇ ਨੂੰ ਜਿਹੜਾ ਆ ਅਪਰੂਵ ਕਰਨ ਵਾਸਤੇ ਆ ਫਿਰ 1 ਸਾਲ ਦਾ ਜਿਹੜਾ ਉਹ ਕੰਡੀਸ਼ਨ ਉਹਦੇ ਉੱਤੇ ਅਪਲਾਈ ਹੁੰਦੀ ਸੀ। ਪਰ ਜੇ ਕੋਈ 3 ਮੰਥ ਦੇ ਵਿੱਚ ਅਪਲਾਈ ਕਰਦਾ ਸੀ, ਉਹ ਜਿਹੜੀ ਕੋਈ ਉਹਦੇ ਵਿੱਚ ਚੇਂਜਸ ਜਿਹੜੀ ਆ ਉਹਨਾਂ ਨੂੰ ਕੋਈ ਨਹੀਂ ਦਿਸੀ ਹੈਗੀ, ਉਹ ਸੇਮ ਹੀ ਜਿਹੜੀਆਂ ਚੱਲ ਰਹੀਆਂ ਜੀ। ਲੇਕਿਨ ਉਹਦੇ ਵਿੱਚ ਤੁਸੀਂ ਦੇਖੋ, ਉਹੀ ਕਹਿੰਦੇ ਕਿ ਜਿਹੜੀ ਪਾਲਿਸੀਜ਼ ਤੇ ਬਹੁਤ ਹੈਗੀ, ਜਿਹੜੀ ਕਈ ਸਾਲਾਂ ਤੋਂ ਹੈਗੀਆਂ, ਉਹਨਾਂ ਦੇ ਕੋਈ ਡਿਫਰੈਂਟ ਨੇਮਸ, ਡਿਫਰੈਂਟ ਵੇਜ਼ ਦੇ ਨਾਲ ਜਿਹੜੀਆਂ ਰਹੀਆਂ ਹੈਗੀਆਂ, ਲੇਕਿਨ ਉਸ ਦਾ ਜਿਹੜਾ ਡਿਕਲਾਈਨੇਸ਼ਨ ਰੇਟ ਹੈਗਾ, ਇਹਦੇ ਵਿੱਚ ਕਈ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜੇ ਉਹਨਾਂ ਨੇ ਸਾਨੂੰ ਫੋਨ ਵੀ ਕੀਤੇ, ਉਹਨਾਂ ਨੇ ਥੈਂਕ ਯੂ ਵੀ ਕਿਹਾ, ਕਿਉਂਕਿ ਜਿਨ੍ਹਾਂ ਨੇ ਐਕਚੁਅਲੀ ਉਹ ਵੀਜ਼ੇ ਅਪਲਾਈ ਕੀਤੇ ਹੈ ਪਿੱਛੇ, ਔਰ ਜਿਨ੍ਹਾਂ ਦੇ ਵੀਜ਼ੇ ਕੰਟੀਨਿਊਸਲੀ ਡਿਕਲਾਈਨ ਹੋਏ, ਤੁਹਾਨੂੰ ਮੈਂ ਸ਼ੇਅਰ ਕਰਨਾ ਚਾਹਾਂ ਕਿ ਜਿਹੜਾ ਕਲਚਰਲੀ ਅਰੇਂਜ ਮੈਰਿਜ ਵਿਜ਼ਟਰ ਵੀਜ਼ਾ ਹੈ, ਇਹਦਾ ਡਿਕਲਾਈਨ ਰੇਟ 5 ਸਾਲਾਂ ਦੀ ਐਵਰੇਜ ਜਿਹੜੀ ਹੈਗੀ ਹੈ ਉਹ 69% ਹੈਗੀ ਹੈ, 69% ਡਿਕਲਾਈਨੇਸ਼ਨ। ਠੀਕ ਹੈ, ਉਹ ਕਿਉਂ ਹੋ ਰਿਹਾ ਹੈ? ਉਹ ਕਿਉਂ, ਉਹ ਜਿਹੜਾ ਉਹਦੇ ਵਿੱਚ ਕਲੈਰਿਟੀ ਨਹੀਂ ਸੀਗੀ, ਔਰ ਜਿਹੜੇ ਰਿਜੈਕਸ਼ਨ ਵੀ ਹੁੰਦੇ ਸੀਗੇ, ਉਹਨਾਂ ਐਪਲੀਕੈਂਟਸ ਜਿਹੜੇ ਹੈ, ਇੱਥੇ ਹਜੇ ਵੀ ਕੇਸਸ ਹੈਗੇ ਜਿਹੜੇ ਸਾਨੂੰ ਹਜੇ ਵੀ ਫੋਨ ਕਰਦੇ ਆ, ਉਹਨਾਂ ਨੂੰ ਇਹੀ ਮੰਗ ਕੀਤੀ ਜਾਂਦੀ ਸੀਗੀ, ਭਾਵੇਂ ਉਹਨਾਂ ਨੇ CAM ਵਿੱਚ ਵੀ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਹੈ, ਉਹਨਾਂ ਨੂੰ ਇਹ ਮੰਗ ਕੀਤੀ ਜਾਂਦੀ ਸੀਗੀ ਦੀ ਇਮੀਗ੍ਰੇਸ਼ਨ ਆਫਿਸਰਸ ਵੱਲੋਂ ਕਿ ਉਹ ਪਹਿਲਾਂ ਇਹ ਸਿੱਧ ਕਰਨ ਕਿ ਉਹ ਇਕੱਠੇ ਰਹਿ ਰਹੇ ਆ, ਜੋ ਕਿ ਪੋਸੀਬਲ ਨਹੀਂ ਹੈਗਾ। ਸਾਡੀ ਜਿਹੜੀ ਕਮਿਊਨਿਟੀ ਵਿੱਚ ਹੈਗਾ ਹੈ, ਜਿਹੜੀ ਬਾਕੀ ਸਾਊਥ ਏਸ਼ੀਅਨ ਕਮਿਊਨਿਟੀਜ਼ ਹੈਗੀਆਂ, ਉਹਦੇ ਚ 1 ਸਾਲ ਇਕੱਠੇ ਰਹਿਣਾ ਵਾਜਿਬ ਨਹੀਂ ਸਮਝਿਆ ਜਾਂਦਾ, ਔਰ ਇਟਸ ਨਾਟ ਪੋਸੀਬਲ। ਇਹ ਗੱਲ ਫਿਰ ਜਿਹੜੀ ਜੂਮ ਤੇ ਜਦੋਂ ਤੁਸੀਂ ਕੀਤੀ ਆ, ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਐਗਰੀ ਕੀਤਾ ਵੀ ਇਹ ਜਿਹੜੀ ਕੰਡੀਸ਼ਨ ਚੱਕੀ ਜਾ ਰਹੀ ਆ, ਜਾਂ ਕਿ ਉਹਨਾਂ ਨੇ ਸਿਰਫ ਅੰਡਰਸਟੈਂਡ ਕੀਤੇ ਆ, ਜਾਂ ਉਹਨਾਂ ਨੇ ਆਪਣੇ ਵਿਚਾਰ ਬਦਲਿਆ ਵੀ ਅਸੀਂ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ? ਕਿਉਂਕਿ ਜਿਹੜੇ ਜਦੋਂ ਉਹਨਾਂ ਨੇ ਜਿਹੜਾ ਪਾਥਵੇ ਸਾਨੂੰ ਪਾਥਵੇ ਦੀ ਅਪਡੇਟ ਦਿੱਤੀ ਹੈ, ਪਾਥਵੇ ਸਮਝਾਇਆ, ਉਹਦੇ ਚ ਇਹ ਹੈਗਾ ਕਿ ਜਦੋਂ ਤੁਸੀਂ ਕਲਚਰਲੀ ਅਰੇਂਜ ਮੈਰਿਜ ਵੀਜ਼ਾ ਵਾਸਤੇ ਅਪਲਾਈ ਕਰਦੇ ਹੋ ਵਿਦਿਨ 3 ਮੰਥਸ, ਔਰ ਉਸ ਐਪਲੀਕੈਂਟ ਨੂੰ ਜਦੋਂ ਵੀਜ਼ਾ ਦਿੱਤਾ ਜਾਂਦਾ ਤੇ ਉਸ ਨੂੰ ਸਭ ਤੋਂ ਪਹਿਲਾਂ ਇਹ ਸਮਝਿਆ ਜਾਏਗਾ ਕਿ ਉਹ ਇੱਕ ਜੈਨੂਇਨ ਐਪਲੀਕੈਂਟ ਹੈਗਾ। ਅਗਰ ਉਹ ਬਾਕੀ ਕੰਡੀਸ਼ਨਸ ਕੰਪਲੀਟ ਕਰਦੇ ਆ, ਜਿਵੇਂ ਕਿ ਹੈਲਥ ਐਂਡ ਕੈਰੈਕਟਰ ਐਂਡ ਆਲ, ਠੀਕ ਹੈ ਜੀ। ਸੈਕੰਡਲੀ, ਉਹ ਜਦੋਂ ਇੱਥੇ ਆ ਕੇ ਫਿਰ ਉਹ ਆਪਣੇ ਜਿਹੜੇ ਪਾਰਟਨਰ ਦੇ ਨਾਲ ਆਬਵੀਅਸਲੀ ਹੀ ਔਰ ਸ਼ੀ ਇੱਥੇ ਆ ਕੇ ਰਹਿ ਸਕਦੇ ਨੇ, ਔਰ within few months then they can apply for temporary partnership visa. ਉਸ ਤੋਂ ਕੁਝ ਮਹੀਨਿਆਂ ਬਾਅਦ then they can apply for the residency. ਸੋ ਇਹਦੇ ਚ 1 ਸਾਲ ਦੀ ਇਹ ਕੰਡੀਸ਼ਨ ਕਿਤੇ ਵੀ ਨਹੀਂ ਹੈਗੀ ਹੈ, ਔਰ ਇਹਦੀ ਕਿਤੇ ਲੋੜ ਨਹੀਂ ਹੈ, ਜਿਹਦੇ ਚ ਪਿੱਛੇ ਲੋਕੀ ਕਾਫੀ ਪਰੇਸ਼ਾਨ ਰਹੇ ਹੈ, ਜਿਨ੍ਹਾਂ ਨੇ ਇਹ ਵੀਜ਼ੇ ਪਹਿਲਾਂ ਅਪਲਾਈ ਕੀਤੇ, ਲੇਕਿਨ ਉਹ ਕੰਟੀਨਿਊਸਲੀ ਡਿਕਲਾਈਨ ਹੁੰਦੇ ਗਏ, ਔਰ ਡਿਕਲਾਈਨ ਰੇਟ ਜਿਵੇਂ ਤੁਹਾਨੂੰ ਕਿਹਾ 69% ਰਿਹਾ ਹੈ, ਔਰ ਅੱਜ ਵੀ ਲੋਕੀ ਪਰੇਸ਼ਾਨ ਨੇ ਜਿਨ੍ਹਾਂ ਦੀ ਬਿਲਕੁਲ ਜੈਨੂਇਨ ਸ਼ਾਦੀਆਂ ਹੋਈਆਂ ਜਾਂ ਹੋਣ ਵਾਲੀਆਂ, ਲੇਕਿਨ ਉਹ ਉਹਨਾਂ ਦੇ ਵੀਜ਼ੇ ਉਹਨਾਂ ਨੂੰ ਗ੍ਰਾਂਟ ਨਹੀਂ ਕੀਤੇ ਗਏ। ਸੋ ਇਮੀਗ੍ਰੇਸ਼ਨ ਨੇ ਤੁਹਾਡੇ ਜੂਮ ਦੇ ਉੱਤੇ ਇਹ ਗੱਲ ਮੰਨੀ ਆ ਵੀ ਅਸੀਂ ਹੁਣ ਜਿਹੜਾ ਇਹ ਜਿਹੜੀ ਕੰਡੀਸ਼ਨ ਆ ਜਿਹੜੀ ਉਹਦੇ ਉੱਤੇ ਜਿੱਦਾਂ ਸਖਤੀ ਨਹੀਂ ਕਰਾਂਗੇ, ਜਾਂ ਕੋਈ ਇਹਨਾਂ ਨੇ ਇੰਟਰਨਲ ਸਰਕੂਲਰ ਜਾਰੀ ਕਰਨਾ, ਜਾਂ ਵਰਬਲੀ ਉਹਨਾਂ ਨੇ ਐਗਰੀ ਕੀਤਾ, ਕਿਉਂਕਿ ਸਾਰੇ ਲੋਕ ਜਿਹੜੇ ਵੈਬਸਾਈਟ ਦੇ ਉੱਤੇ ਜਾ ਕੇ ਕੋਸ਼ਿਸ਼ ਕਰਦੇ ਸੀ ਦੇਖਣ ਦੀ ਤੇ ਕੀ ਅਪਡੇਟ ਆਇਆ, ਕੋਈ ਮੀਡੀਆ ਰਿਲੀਜ਼ ਆਈ ਆ, ਕਿਉਂਕਿ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾਓਗੇ ਤਾਂ ਨਿਊਜ਼ ਸੈਂਟਰ ਇੱਕ ਬਣਿਆ ਹੋਇਆ ਵੈਬ ਲਿੰਕ, ਉਹਦੇ ਉੱਤੇ ਹਰ ਅਪਡੇਟ ਆ ਜਾਂਦੀ ਆ, ਤੇ ਲੋਕੀ ਜਿਹੜੇ ਹੈਗੇ ਆ ਉਹਨਾਂ ਦਾ ਕੁਐਸਚਨ ਇਹ ਹੈਗਾ ਵੀ ਜੇ ਇਸ ਤਰ੍ਹਾਂ ਦੀ ਕੋਈ ਚੇਂਜਸ ਉਹਨਾਂ ਨੇ ਐਕਸੈਪਟ ਕੀਤੀ ਆ ਤਾਂ ਉਹਦੇ ਵਾਸਤੇ ਇੱਕ ਤਾਂ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਹੈ ਉਹਨਾਂ ਨੂੰ ਵੀ ਜਿਹੜਾ ਇੰਟਰਨਲ ਜਿਹੜਾ ਸਰਕੂਲਰ ਉਹ ਆਉਣਾ ਸੀਗਾ, ਉਹ ਵੀ ਨਹੀਂ ਆਇਆ, ਤੇ ਪਲੱਸ ਜਿਹੜੀ ਆ ਮੀਡੀਆ ਰਿਲੀਜ਼ ਜਾਂ ਕੋਈ ਅਪਡੇਟ ਉਹ ਵੀ ਨਹੀਂ ਕੀਤੀ ਗਈ। ਸੋ ਲੋਕਾਂ ਦੀ ਇੱਥੇ ਕਨਫਿਊਜ਼ਨ ਬਣੀ ਹੋਈ ਆ ਕਿ ਉਹਨਾਂ ਨੇ ਵਰਬਲੀ ਐਗਰੀ ਕੀਤਾ ਕਿ ਆਉਣ ਵਾਲੇ ਸਮੇਂ 'ਚ ਉਹ ਦੇਖਣਗੇ ਕਿ
ਕੁਝ ਜਿਹੜੀਆਂ ਚੇਂਜਸ ਹੈਗੀਆਂ ਰਿਟਨ ਦੇ ਵਿੱਚ ਸਾਹਮਣੇ ਆਣਗੀਆਂ? ਹਾਂ, ਇਹ ਚੀਜ਼ ਉਹਨਾਂ ਨੇ ਸਾਨੂੰ ਅਪਡੇਟ ਕੀਤੀ ਹੈ, ਜਿਹੜੀ ਤੁਹਾਨੂੰ ਕਿਹਾ ਕਿ ਜਿਹੜੇ ਅਸੀਂ ਇੱਥੇ 8 ਕਮੇਟੀ ਲੀਡਰਸ ਬੈਠੇ ਸੀਗੇ, ਉਹਨਾਂ ਦੇ ਸਾਹਮਣੇ ਇਹ ਚੀਜ਼ ਉਹਨਾਂ ਨੇ ਸਾਨੂੰ ਅਪਡੇਟ ਕੀਤੀ ਹੈ। ਉਹ ਆਪਸ ਤੋਂ ਉਹ ਇਹਨਾਂ ਦਾ ਸਿਸਟਮ ਕਿਵੇਂ ਚੱਲਦਾ ਹੈ, ਅਗਰ ਕੋਈ ਕੁਆਰੀਜ਼ ਹੈਗੀਆਂ, ਸੋ ਮੈਂ ਉਹਨਾਂ ਇਮੀਗ੍ਰੇਸ਼ਨ ਐਡਵਾਈਜ਼ਰਸ ਨੂੰ ਜਾਂ ਪ੍ਰੋਫੈਸ਼ਨਲਸ ਨੂੰ ਇਹ ਕਹਾਂਗਾ ਕਿ ਤੁਸੀਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਲ ਰਾਬਤਾ ਕਾਇਮ ਕਰੋ, ਉੱਥੋਂ ਕਲੈਰੀਫਿਕੇਸ਼ਨ ਲਓ। ਅਸੀਂ ਉਹਦਾ, ਕਿਉਂਕਿ ਨਾ ਤੇ ਅਸੀਂ ਇਮੀਗ੍ਰੇਸ਼ਨ ਲਾਇਰ ਹੈਗੇ ਆ, ਨਾ ਐਡਵਾਈਜ਼ਰ ਹੈ, ਅਸੀਂ ਤੇ ਇੱਕ ਕਮਿਊਨਿਟੀ ਰਿਪਰੈਜ਼ੈਂਟੇਟਿਵ ਹੈਗੇ ਆ, ਜਿਹੜਾ ਆਪਣਾ ਕੰਮ ਕਰ ਰਹੇ ਹੈ ਕਿ ਉਸ ਗੱਲ ਨੂੰ ਉੱਥੇ ਲਿਜਾਇਆ ਜਾਏ ਔਰ ਉਸ ਦਾ ਐਡਰੈਸ ਉਹਨੂੰ ਕੀਤਾ ਜਾਏ। ਠੀਕ ਹੈ, ਉਹ ਚੀਜ਼ ਅਸੀਂ ਅੱਗੇ ਸ਼ੇਅਰ ਕਰ ਰਹੇ ਹਾਂ ਕਮਿਊਨਿਟੀ ਦੇ ਨਾਲ, ਜੋ ਸਾਡੀ ਉੱਥੇ ਗੱਲਬਾਤ ਹੋਈ ਹੈ, ਜੋ ਸਾਨੂੰ ਗੱਲਬਾਤ ਦੱਸੀ ਹੈ। ਤੇ ਇਹਦੇ ਵਿੱਚ ਸਾਡੇ ਨਾਲ ਕੋਈ ਨਾਰਾਜ਼ਗੀ ਇਹਨਾਂ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ, ਸਾਡੇ ਉੱਤੇ ਕੋਈ ਗੁੱਸਾ ਹੋਣ ਦੀ ਲੋੜ ਨਹੀਂ ਹੈ, ਬਲਕਿ ਇਹਨਾਂ ਨੂੰ ਅਗਰ ਕੋਈ ਵੀ ਕੁਆਰੀ ਹੈਗੀ ਹੈ, ਦੇ ਨੀਡ ਟੂ ਟਾਕ ਟੂ ਇਮੀਗ੍ਰੇਸ਼ਨ ਨਿਊਜ਼ੀਲੈਂਡ। ਅਸੀਂ ਤੇ ਜੋ ਸਾਨੂੰ ਅਪਡੇਟ ਕੀਤੀ ਗਈ ਜਾਂ ਪ੍ਰੋਗਰੈਸ ਦੱਸੀ ਗਈ ਹੈ, ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੀ ਹੈ, ਜੋ ਕਿ ਵੀ ਨੀਡ ਟੂ ਡੂ ਇਟ ਐਨੀਵੇ। ਸੋ ਹਾਂਜੀ, ਇਸ ਤੋਂ ਇਲਾਵਾ ਹੋਰ ਕੁਐਸਚਨ? ਮੁੱਖ ਤੌਰ ਤੇ ਇਹਦਾ ਮਤਲਬ ਦੋ ਗੱਲਾਂ ਦੀ ਉਸ ਦਿਨ ਚਰਚਾ ਹੋਈ। ਇੱਕ ਤਾਂ ਜਿਹੜਾ 1 ਸਾਲ ਵਾਲਾ ਲਿਵਿੰਗ ਵਾਲਾ ਸੀਗਾ, ਉਹ ਜਿਹੜਾ ਨਰਮ ਕੀਤਾ ਗਿਆ, ਸ਼ਰਤ ਨਰਮ ਕੀਤੀ ਗਈ। ਦੂਸਰਾ ਹੈਗਾ ਉਹਨਾਂ ਨੂੰ ਇੱਥੇ ਆਉਣ ਤੋਂ ਨਹੀਂ ਰੋਕਿਆ ਜਾਊਗਾ, ਤੇ ਪਲੱਸ ਜਿਹੜਾ 3 ਮਹੀਨੇ ਦਾ ਵੀਜ਼ਾ ਮਿਲੂਗਾ। ਉਸ ਤੋਂ ਬਾਅਦ ਜਿਹੜੇ ਅੱਗੇ ਪਾਰਟਨਰਸ਼ਿਪ ਦੇ ਵਿੱਚ ਜਿਹੜੇ ਵੀ ਉਹਨਾਂ ਦਾ ਅਪਲਾਈ ਹੁੰਦਾ ਹੋਏਗਾ, ਉਹਨਾਂ ਦਾ ਜਿਹੜਾ ਵੀਜ਼ਾ ਐਲੀਜੀਬਿਲਟੀ ਬਣਦੀ ਹੋਗੀ, ਤੇ ਉਹ ਅਪਲਾਈ ਕਰਨ ਸਕਣੀ। ਸੋ ਇਹ ਤੋਂ ਇਲਾਵਾ ਵੀ ਕੁਛ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਗਰ ਐਪਲੀਕੈਂਟ ਜਿਹੜਾ ਆਲਰੇਡੀ ਮੈਰਿਡ ਹੈਗਾ ਜਾਂ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਹੈ ਨਿਊਜ਼ੀਲੈਂਡ ਵਿੱਚ, ਉਹਨਾਂ ਨੂੰ 6 ਮਹੀਨੇ ਦਾ ਜਿਹੜਾ ਹੈਗਾ ਉਹ ਟਾਈਮ ਦਿੱਤਾ ਜਾਏਗਾ ਟੂ ਮੇਕ ਦੀ ਫਰਸਟ ਐਂਟਰੀ ਇਨ ਨਿਊਜ਼ੀਲੈਂਡ। ਸੋ ਇਹ ਵੀ ਇੱਕ ਉਹਦੇ ਵਿੱਚ ਜਿਹੜੀ ਪਹਿਲਾਂ 6 ਮਹੀਨੇ ਵਾਲਾ ਨਹੀਂ ਸੀਗਾ, ਪਹਿਲੇ ਉਹਨੂੰ ਡਿਫਰੈਂਟ ਤਰੀਕੇ ਨਾਲ ਹੈਂਡਲ ਕੀਤਾ ਜਾਂਦਾ ਸੀਗਾ। ਸੋ ਦਿਸ ਇਜ਼ ਅਨਦਰ ਵਨ। और जो तो मैं किया है ऑलरेडी कि what was it कि if an individual was traveling to New Zealand to join a partner, they may be considered a genuine applicant if other conditions like health and character were met. So ये चीज़ां उन्होंने सानू अपडेट की हैं कि और क्या प्रोग्रेस हो रही है, which we shared ਅਸੀਂ खुशी ਨਾਲ पूरी कम्युनिटी ਨਾਲ शेयर की है कि ये रियायतां दित्तियां जा रही हैं ਜਾਂ ਉਸਨੂੰ ਇਸ ਸੌਖੇ ਤਰੀਕੇ ਨਾਲ ਹੈਂਡਲ ਕੀਤਾ ਜਾ ਰਿਹਾ, ਜੋ ਕਿ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ। ਪੂਰੀ ਉਮੀਦ ਹੈ ਕਾਫੀ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜੇ ਹੈਗੇ ਆ ਉਹ ਆਲਰੇਡੀ ਡਿਟੇਲ ਨਾਲ ਆਪਣੇ ਕਲਾਇੰਟਸ ਨੂੰ ਦੱਸਦੇ ਆ, ਲੇਕਿਨ ਫਿਰ ਵੀ ਕਾਫੀ ਕਲਾਇੰਟ ਐਸੇ ਹੈਗੇ ਆ ਜਿਹੜੇ ਸਾਨੂੰ ਵੀ ਮੈਸੇਜ ਭੇਜਦੇ ਆ ਜਾਂ ਉਹਨਾਂ ਦੇ ਵੀਜ਼ਾਸ ਕੰਟੀਨਿਊਸਲੀ ਡਿਕਲਾਈਨ ਹੁੰਦੇ ਗਏ ਆ। ਉਹਨਾਂ ਨੂੰ ਇਸ ਚੀਜ਼ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਕੋਈ ਰਿਆਇਤ, ਕੋਈ ਜਾਂ ਇਸ ਤਰ੍ਹਾਂ ਦੀ ਸਹੂਲੀਅਤ ਹੈਗੀ ਹੈ ਜਿਹਦੇ ਵਿੱਚ ਉਹ ਕਰ ਸਕਦੇ ਨੇ। ਸੋ ਅਲਟੀਮੇਟਲੀ ਮੈਂ ਜੋ ਅੰਡਰਸਟੈਂਡ ਕਰਦਾ ਸਾਰੀ ਤੁਹਾਡੀ ਗੱਲਬਾਤ ਦੇ ਵਿੱਚੋਂ, ਮੈਨੂੰ ਇਹੀ ਲੱਗਦਾ ਵੀ ਜਿਹੜੀ ਤੁਹਾਡੀ ਜ਼ੂਮ ਦੇ ਉੱਤੇ ਮੀਟਿੰਗ ਹੋਈ ਆ, ਜਿੱਥੇ ਇਮੀਗ੍ਰੇਸ਼ਨ ਨੇ ਸਖਤੀ ਕੀਤੀ ਹੋਈ ਸੀਗੀ, ਉੱਥੇ ਤੁਹਾਡੀ ਗੱਲਬਾਤ ਤੋਂ ਬਾਅਦ ਉਹਨਾਂ ਨੇ ਨਰਮਾਈ ਜਿਹੜੀ ਵਰਤਣ ਦੀ ਕੋਸ਼ਿਸ਼ ਕੀਤੀ ਆ, ਤੇ ਪਲੱਸ ਜਿਹੜੀ ਆ ਜਿਹੜਾ ਆਪਣੇ ਅਰੇਂਜਡ ਮੈਰਿਜ ਜਿਹੜੀਆਂ ਹੋਣੀਆਂ ਉਹਨੂੰ ਹੋਰ ਅੰਡਰਸਟੈਂਡ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ ਹੋਊਗੀ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਉਹ ਇਹਦੇ ਉੱਤੇ ਕੋਈ ਜਿਹੜਾ ਇੰਟਰਨਲ ਸਰਕੂਲਰ ਜਾਂ ਆਪਣੀ ਜਿਹੜੀ ਸਪਸ਼ਟਤਾ ਜਿਹੜੀ ਆ ਉਹ ਜਾਰੀ ਕਰ ਸਕਣ, ਕਿਉਂਕਿ ਤੁਹਾਨੂੰ ਜਿਹੜੀ ਜ਼ੂਮ ਦੇ ਉੱਤੇ ਗੱਲਬਾਤ ਹੋਈ ਆ, ਤੁਹਾਨੂੰ ਖੁਸ਼ੀ ਹੋਈ ਤੇ ਤੁਸੀਂ ਮੇਰੇ ਹਿਸਾਬ ਨਾਲ ਉਹ ਸ਼ੇਅਰ ਕਰ ਦਿੱਤੀ ਆ, ਪਰ ਜਿਹੜਾ ਉਹ ਰਿਟਨ ਦੇ ਵਿੱਚ ਹਜੇ ਜਿਹੜਾ ਆ ਉਹਨੂੰ ਸ਼ਬਦਾਂ ਦੇ ਵਿੱਚ ਕਿਵੇਂ ਉਹਨਾਂ ਨੇ ਲੈ ਕੇ ਆਉਣਾ ਉਹ ਹਜੇ ਇਮੀਗ੍ਰੇਸ਼ਨ ਨੇ ਮੇਰੇ ਖਿਆਲ ਨਹੀਂ ਕੀਤਾ। ਸੋ ਤੁਹਾਡੀ ਸਲਾਹ, ਹਾਂਜੀ ਤੁਹਾਡੀ ਸਲਾਹ ਇਹ ਹੈਗੀ ਆ ਵੀ ਜੇ ਕਿਸੇ ਗੱਲ ਦੀ ਉਹਨਾਂ ਨੂੰ ਕਨਫਿਊਜ਼ਨ ਹੈਗੀ ਆ ਵੀ ਜਿਹੜੀਆਂ ਸ਼ਰਤਾਂ ਅਜੇ ਵੀ ਸਖਤ ਹੈਗੀਆਂ ਜਾਂ ਚੇਂਜ ਨਹੀਂ ਹੋਈਆਂ, ਤਾਂ ਉਹ ਇਮੀਗ੍ਰੇਸ਼ਨ ਦੇ ਨਾਲ ਤੁਹਾਡਾ ਜਿਹੜੀ ਮੀਟਿੰਗ ਦਾ ਹਵਾਲਾ ਦੇ ਕੇ ਉਹ ਕਲੈਰੀਫਿਕੇਸ਼ਨ ਇਮੀਗ੍ਰੇਸ਼ਨ ਕੋਲੋਂ ਲੈ ਸਕਦੇ ਆ। ਉੱਥੋਂ ਉਹਨਾਂ ਨੂੰ ਪਤਾ ਇਹ ਲੱਗ ਜਾਊਗਾ ਵੀ ਜੋ ਤੁਸੀਂ ਵੱਖ-ਵੱਖ ਅਖਬਾਰਾਂ 'ਚ ਜਿਹੜਾ ਪ੍ਰੈਸ ਨੋਟ ਦੇ ਕੇ ਜਿਹੜੀ ਇਹ ਖਬਰ ਛਪੀ ਆ ਉਹ ਅਥੈਂਟੀਕੇਟਡ ਹੈਗੀ ਆ ਜਾਂ ਜਸਟੀਫਾਈ ਕਰਦੀ ਆ ਤੁਹਾਡੇ ਬਿਆਨ ਦੇ ਨਾਲ ਕਿ ਨਹੀਂ। ਇਹੀ ਮਤਲਬ ਬਿਲਕੁਲ। ਔਰ ਪਲੱਸ ਜਿਹੜੀ ਕਲਚਰਲ ਅਰੇਂਜ ਮੈਰਿਜਸ ਜਿਹੜੀ ਫੈਕਟ ਸ਼ੀਟ ਹੈਗੀ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ, ਉਹ ਵੀ ਉਹਨਾਂ ਨੇ ਹੁਣੇ ਅਪਡੇਟ ਕੀਤੀ ਹੈ recently a few days ago, end of September ਜਿਹੜੀ ਅਪਡੇਟ ਹੈਗੀ ਹੈ ਉਹਨਾਂ ਨੇ ਅਪਡੇਟ ਕੀਤੀ ਹੈ ਆਪਣੀ ਫੈਕਟ ਸ਼ੀਟ ਤੇ ਵੀ। ਸੋ ਅਗਰ ਕੁਛ ਨਾ ਕੁਛ ਤੇ ਉਹ ਅਪਡੇਟ ਕਰ ਹੀ ਰਹੇ ਜਾਂ ਕੀਤੇ ਉਹਨਾਂ ਨੇ, ਸੇ ਤਾਂ ਹੀ ਉਹਨਾਂ ਨੇ ਸਾਨੂੰ ਅੱਗੇ ਇਨਫੋਰਮੇਸ਼ਨ ਦਿੱਤੀ ਹੈ ਔਰ ਜੋ ਕਿ ਅਸੀਂ ਅੱਗੇ ਸਾਰਿਆਂ ਨਾਲ ਸ਼ੇਅਰ ਕੀਤੀ ਹੈ। ਸੋ ਸਾਨੂੰ ਤੇ ਇਹ ਖੁਸ਼ੀ ਕਿ ਅਸੀਂ ਕਮਿਊਨਿਟੀ ਵਾਸਤੇ ਕੰਮ ਕਰ ਰਹੇ ਹਾਂ ਔਰ ਵੋਲੰਟਰੀ ਕੰਮ ਕਰ ਰਹੇ ਹਾਂ।
ਇਹ ਸਾਡਾ ਇੱਕ ਪੈਸ਼ਨ ਹੈਗਾ, ਸਾਡੀ ਇੱਕ ਰਿਸਪੌਂਸਿਬਿਲਿਟੀ ਹੈ, ਇਹ ਸਾਡਾ ਬਿਜ਼ਨਸ ਨਹੀਂ ਹੈਗਾ। ਸੋ ਅਗਰ ਕਿਸੇ ਨੂੰ ਵੀ ਕੋਈ ਵੀ ਕੁਆਰੀ ਹੈਗੀ ਹੈ ਤੇ ਨੀਡ ਟੂ ਟਾਕ ਟੂ ਇਮੀਗ੍ਰੇਸ਼ਨ ਨਿਊਜ਼ੀਲੈਂਡ। ਅਸੀਂ ਕੋਈ ਇਮੀਗ੍ਰੇਸ਼ਨ ਐਡਵਾਈਸ ਵੀ ਨਹੀਂ ਦੇ ਸਕਦੇ ਐਜ਼ ਪਰ ਨਿਊਜ਼ੀਲੈਂਡ ਲਾਅ। ਸੋ ਉਹ ਤੇ ਜਿਹੜੇ ਪ੍ਰੋਫੈਸ਼ਨਲਸ ਹੈਗੇ ਉਹੀ ਐਡਵਾਈਸ ਦੇਣਗੇ, ਐਂਡ ਦੇ ਨੀਡ ਟੂ ਫੋਲੋ ਦੀ ਇੰਸਟਰਕਸ਼ਨਸ ਐਂਡ ਪਲੱਸ ਜਿਹੜਾ ਉਹਨਾਂ ਦਾ ਮੈਨੂਅਲ ਹੁੰਦਾ। ਥੈਂਕ ਯੂ ਸਨੀ ਜੀ, ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਤੇ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੂੰ ਵੀ ਕੋਈ ਕਨਫਿਊਜ਼ਨ ਹੈਗੀ ਆ ਉਹ ਡਬਲ ਚੈੱਕ ਕਰਨ ਵਾਸਤੇ ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਸੰਪਰਕ ਕਰਨ। ਤੇ ਜਿਹੜਾ ਤੁਹਾਡਾ ਵੀ ਜਿੰਨਾ ਕੰਸਰਨ ਸੀਗਾ, ਜੋ ਜ਼ੂਮ ਮੀਟਿੰਗ ਦੇ ਵਿੱਚ ਤੁਸੀਂ ਨੋਟਿਸ ਕੀਤਾ, ਜੋ ਆਊਟਕਮ ਆਈ, ਤੁਸੀਂ ਉਹ ਸ਼ੇਅਰ ਕਰਕੇ ਕਮਿਊਨਿਟੀ ਨੂੰ ਇੱਕ ਚੰਗੀ ਖਬਰ ਜਿਹੜੀ ਦੇਣ ਦੀ ਉਹ ਕੋਸ਼ਿਸ਼ ਕੀਤੀ ਆ। ਸੋ ਉਹਦੇ ਉੱਤੇ ਕਿੰਨੀ ਕੁ ਇਮੀਗ੍ਰੇਸ਼ਨ ਆਪਣੇ ਦਫ਼ਤਰ ਦੇ ਵਿੱਚ ਸਟੈਂਪ ਲਾ ਕੇ ਬੈਠੀ ਆ, ਉਹ ਡਬਲ ਚੈੱਕ ਕਰ ਸਕਦੇ ਆ ਉਹਨਾਂ ਨੂੰ ਈਮੇਲ ਪਾ ਕੇ। ਬਿਲਕੁਲ ਜੀ, ਇਸ ਤੋਂ ਇਲਾਵਾ ਹੋਰ ਵੀ ਜਿਹੜੀ ਪਾਲਿਸੀਜ਼ ਹੈਗੀਆਂ ਇਸ ਟਾਈਮ ਰਿਵਿਊ ਉਹਨਾਂ ਦਾ ਹੋ ਰਿਹਾ ਹੈ ਜਾਂ ਹੋਣ ਵਾਲਾ ਹੈ, ਉਹ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੋ ਜਿਵੇਂ ਜਿਵੇਂ ਸਾਡੇ ਕੋਲ ਅਪਡੇਟ ਆਉਂਦੀ ਜਾਏਗੀ। ਜੀ ਥੈਂਕ ਯੂ ਸਨੀ ਜੀ, ਥੈਂਕ ਯੂ। ਤੇ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੂੰ ਵੀ ਇਸ ਖਬਰ ਨੂੰ ਲੈ ਕੇ ਥੋੜੀ ਕਨਫਿਊਜ਼ਨ ਬਣੀ ਹੋਈ ਸੀ, ਉਹ ਪਲੀਜ਼ ਡਬਲ ਚੈੱਕ ਕਰ ਲੈਣ। ਜੇ ਪਰ ਇਹਨਾਂ ਨੂੰ ਸਨੀ ਕੌਸ਼ਲ ਉਹਨਾਂ ਨੂੰ ਇਹ ਲੱਗਦਾ ਆ ਵੀ ਇਹਨਾਂ ਦੀ ਗੱਲਬਾਤ ਤੋਂ ਬਾਅਦ, ਇਹਨਾਂ ਦੇ ਜਿਹੜਾ ਵੀ ਗਰੁੱਪ ਸੀਗਾ ਉਹਨਾਂ ਦੀ ਗੱਲਬਾਤ ਤੋਂ ਬਾਅਦ ਇਮੀਗ੍ਰੇਸ਼ਨ ਇਹਨਾਂ ਨੂੰ ਇੱਕ ਚੰਗਾ ਜਿਹੜਾ ਪੁਆਇੰਟ ਦਿੱਤਾ ਆ ਵੀ ਜਿਹੜੀ ਨਰਮਾਈ ਵਰਤਣ ਦੀ ਜਿਹੜੀ ਇਹਨਾਂ ਨੂੰ ਅਸ਼ੋਰਟੀ ਦਿੱਤੀ ਗਈ, ਜਿਹਦੇ ਵਿਆਪ ਦੇ ਉੱਤੇ ਇਹਨਾਂ ਨੇ ਜਦੋਂ ਪ੍ਰੈਸ ਰਿਲੀਜ਼ ਦਿੱਤੀ। ਸੋ ਫਿਰ ਵੀ ਸਰਕਾਰ ਕਿਸ ਤਰ੍ਹਾਂ ਉਹਨਾਂ ਨੂੰ ਲੈਂਦੀ ਆ ਆਪਣੇ ਸਿਸਟਮ ਦੇ ਵਿੱਚ ਕਾਗਜ਼ਾਂ ਦੇ ਉੱਤੇ, ਸੋ ਉਹ ਜਿਹੜਾ ਆ ਤੁਹਾਨੂੰ ਡਬਲ ਚੈੱਕ ਕਰਨ ਦੀ ਲੋੜ ਆ। ਸੋ ਬਹੁਤ ਧੰਨਵਾਦ ਜੀ ਸਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ, ਰੱਬ ਰੱਖੇ। ਥੈਂਕ ਯੂ ਜੀ, ਹੈਵ ਅ ਨਾਈਸ ਡੇ।